और दुध आप ही बेचे और ਇਹਦੇ ਵਿੱਚ ਫਾਇਦਾ ਹੈ और ਦੁੱਧ ਹੀ ਸਾਨੂੰ ਜਿਹੜਾ ਨਾ ਦਿੰਦੇ ਨੇ 75 ਰੁਪਏ और ਅਸੀਂ ਸਿਆਲਕੋਟ 100 ਰੁਪਏ ਕਿਲੋ ਦੇ ਕੇ ਆਉਂਦੇ ਯਾਨੀ 5 ਰੁਪਏ ਦਾ ਫਰਕ ਪੈਂਦਾ ਹੈ 5 ਰੁਪਏ ਦਾ ਫਰਕ ਪੈਂਦਾ ਰੋਜ਼ਾਨਾ ਤੁਸੀਂ ਕਿੰਨਾ ਕੁ ਦੁੱਧ ਦੇ ਕੇ ਆਉਂਦੇ ਹੋ ਮਸਲਨ ਅਸੀਂ ਦੁੱਧ ਕੋਈ ਜਿਹੜਾ ਨਾ 12-13 ਮਣ ਦੇ ਕੇ ਆਉਂਦੇ ਹਾਂ ਯਾਨੀ 12-13 ਮਣ ਮਾਸ਼ਾਅੱਲਾ ਦਿੰਦੇ ਹੋ। ਅਗਰ ਤੁਹਾਡਾ 13 ਮਣ ਦਾ ਹਿਸਾਬ ਕਰੀਏ ਤੇ ਇਹ ਬਣਦਾ ਹੈ ਤਕਰੀਬਨ 520 ਕਿਲੋ 75 ਯਾਨੀ ਕਿੰਨਾ 520 ਕਿਲੋ 520 ਕਿਲੋ ਤੇ 520 ਨੂੰ 5 ਨਾਲ ਤਰਫ ਤੇ ਕਿੰਨੇ ਮੁਲਾਜ਼ਮਾਂ ਦੀ ਤਨਖਾਹ ਨਿਕਲ ਜਾਂਦੀ। अस्सलाम वालेकुम। वालेकुम सलाम। प्यारे भाई की हाल है? अल्हम्दुलिल्लाह शुक्र अल्लाह। जनाब दा की नाम है? मेरा नाम अली रजा है। अली रजा साहब किस इलाके तो हो? भाजी सी सियालकोट ਦੇ ਇਲਾਕੇ 'ਚ ਸਾਡਾ ਤਲਕ ਸਿਆਲਕੋਟ ਦੇ ਨਾਲ ਹੈ। ਤੇ ਭਾਈ ਤੁਸੀਂ ਕਿੰਨੇ ਅਰਸੇ ਤੋਂ ਜਾਨਵਰਾਂ ਦਾ ਕਾਰੋਬਾਰ ਕਰਦੇ ਹੋ ਪਏ? ਤਕਰੀਬਨ ਸਾਨੂੰ ਸਾਡੇ ਵੱਡੇ ਵਡੇਰਿਆਂ ਤੋਂ ਲੱਗ ਕੇ ਇਹ ਸ਼ੁਰੂ ਹੈ ਕੰਮ ਔਰ ਮੈਨੂੰ ਵੀ 12-13 ਸਾਲ ਹੋ ਗਏ ਨੇ ਇਸ ਕੰਮ ਵਿੱਚ ਵੜਿਆ। ਮਾਸ਼ਾਅੱਲਾ ਤੁਹਾਡਾ ਜਿਹੜਾ 12-13 ਸਾਲ ਦਾ ਤਜਰਬਾ ਹੈ ਕਿਹਦਾ ਰਿਹਾ? ਤੁਸੀਂ ਇਹ ਕੰਮ ਤੋਂ ਕੀ ਸਿੱਖਿਆ ਜਾਂ ਕੀ ਹਾਸਲ ਕੀਤਾ? ਇਸ ਕੰਮ ਵਿੱਚ ਫਾਇਦਾ ਹੈ ਔਰ ਆਪਣੇ ਬੰਦੇ ਹੋਣ, ਆਪਣੀ ਜ਼ਮੀਨ ਹੋਵੇ, ਪੱਠੇ ਛੱਟੇ ਆਪਣੇ ਹੋਣ ਔਰ ਇਹਦੇ ਵਿੱਚ ਬਹੁਤ ਫਾਇਦਾ ਹੈ। ਕੋਈ ਕਿਸੇ ਦੀ ਕੋਈ ਗੱਲ ਉਰਾਂ ਪਰਾਂ ਨਹੀਂ ਬੰਦਾ ਸੁਣ ਸਕਦਾ। ਆਪਣਾ ਕਾਰੋਬਾਰ ਹੈ। ਇਹ ਸਾਰਾ ਸਿਸਟਮ ਜਿਹੜਾ ਨਾ ਬੜਾ ਫਸਟ ਕਲਾਸ ਹੈ ਕਰਨ ਵਾਲਾ ਕੋਈ ਹੋਵੇ ਤੇ ਜੀ। ਯਾਨੀ ਕਿ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਬੰਦੇ ਵੀ ਆਪਣੇ ਹੋਣ, ਜ਼ਮੀਨ ਵੀ ਆਪਣੀ ਹੋਏ, ਫੇਰ ਫਾਇਦਾ ਹੈ। ਫੇਰ ਫਾਇਦਾ ਹੈ। ਅਗਰ ਜ਼ਮੀਨ ਆਪਣੀ ਨਾ ਹੋਏ, ਬੰਦਾ ਠੇਕੇ ਤੇ ਲੈ ਕੇ ਆ ਕੰਮ ਕਰੇ, ਫੇਰ ਵੀ ਫਾਇਦਾ ਲਿਆ ਜਾ ਸਕਦਾ ਜਾਂ ਕਿ ਮੁਸ਼ਕਲ ਹੈ? ਨਹੀਂ ਲਿਆ ਸਕਦਾ ਹੈ। ਇੱਕ ਤਰੀਕੇ ਨਾਲ ਬੰਦਾ ਕਰੇ ਇਸ ਕੰਮ ਨੂੰ ਔਰ ਦੁੱਧ ਆਪ ਹੀ ਵੇਚੇ ਔਰ ਇਹਦੇ ਵਿੱਚ ਫਾਇਦਾ ਹੈ ਜੇ ਬੰਦਾ ਆਪ ਖੁਦ ਕਰੇ ਤੇ। ਜੇ ਦੁੱਧ ਆਪ ਨਾ ਵੇਚੇ ਤੇ ਫਿਰ ਮਸਾਂ ਜਿਹੜਾ ਨਾ ਐਵੇਂ ਖਰਚਾ ਬਰਚਾ ਹੀ ਬਚਦਾ ਹੈ। ਫਰਜ਼ ਕਰੋ ਇੱਕ ਬੰਦਾ ਆਪ ਦੁੱਧ ਨਹੀਂ ਵੇਚਦਾ ਤੇ ਉਹਦਾ ਟਾਈਮ ਵੀ ਤੇ ਬਚਦਾ ਹੈ। ਹਾਂਜੀ ਟਾਈਮ ਬਚਦਾ ਹੈ। ਤੇ ਇਤਨਾ ਅਗਰ ਦੁੱਧ ਹੀ ਨੂੰ ਦਈਏ ਤੇ ਕੀ ਤੁਹਾਨੂੰ ਰੇਟ ਮਿਲਦਾ? ਅਗਰ ਆਪ ਵੇਚੀ ਤੇ ਫਿਰ ਕੀ ਰੇਟ ਮਿਲਦਾ? ਔਰ ਦੁੱਧ ਹੀ ਸਾਨੂੰ ਜਿਹੜਾ ਨਾ ਦਿੰਦੇ ਨੇ 75 ਰੁਪਏ ਔਰ ਅਸੀਂ ਸਿਆਲਕੋਟ 100 ਰੁਪਏ ਕਿਲੋ ਦੇ ਕੇ ਆਉਂਦੇ ਯਾਨੀ 5 ਰੁਪਏ ਦਾ ਫਰਕ ਪੈਂਦਾ ਹੈ। 5 ਰੁਪਏ ਦਾ ਫਰਕ ਪੈਂਦਾ। ਰੋਜ਼ਾਨਾ ਤੁਸੀਂ ਕਿੰਨਾ ਕੁ ਦੁੱਧ ਦੇ ਕੇ ਆਉਂਦੇ ਹੋ? ਮਸਲਨ ਅਸੀਂ ਦੁੱਧ ਕੋਈ ਜਿਹੜਾ ਨਾ 12-13 ਮਣ ਦੇ ਕੇ ਆਉਂਦੇ ਹਾਂ ਯਾਨੀ 12-13 ਮਣ ਮਾਸ਼ਾਅੱਲਾ ਦਿੰਦੇ ਹੋ। ਅਗਰ ਤੁਹਾਡਾ 13 ਮਣ ਦਾ ਹਿਸਾਬ ਕਰੀਏ ਤੇ ਇਹ ਬਣਦਾ ਹੈ ਤਕਰੀਬਨ 520 ਕਿਲੋ 75 ਯਾਨੀ ਕਿੰਨਾ 520 ਕਿਲੋ 520 ਕਿਲੋ ਤੇ 520 ਨੂੰ 5 ਨਾਲ ਤਰਫ ਤੇ ਕਿੰਨੇ ਮੁਲਾਜ਼ਮਾਂ ਦੀ ਤਨਖਾਹ ਨਿਕਲ ਜਾਂਦੀ। ਯਾਨੀ ਅਗਰ ਤੁਸੀਂ ਤੁਹਾਡੀ ਗੱਲ ਦਾ ਵਜ਼ਨ ਹੈ ਕਿ ਅਗਰ ਤੁਸੀਂ ਖੁਦ ਦੇ ਕੇ ਆਉਂਦੇ ਤੇ ਤੁਸੀਂ ਇੱਕ ਮੁਲਾਜ਼ਮ ਵੀ ਰੱਖਿਆ ਹੋਇਆ ਦੇਣ ਵਾਸਤੇ, ਉਹਦੀ ਤਨਖਾਹ ਕੱਢ ਕੇ ਫਿਰ ਵੀ ਤੁਹਾਨੂੰ ਪੈਸੇ ਬਚ ਜਾਂਦੇ। ਬੜਾ ਜ਼ਬਰਦਸਤ ਪੁਆਇੰਟ ਤੁਸੀਂ ਦੱਸਿਆ ਜੀ। ਜੀ ਹਾਂਜੀ ਜ਼ਬਰਦਸਤ। ਅੱਛਾ ਇਸ ਤੋਂ ਇਲਾਵਾ ਹੋਰ ਕਿਹੜਾ ਤਰੀਕਾ ਤੁਸੀਂ ਦੱਸ ਰਹੇ ਹੋ ਕਿ ਤਰੀਕੇ ਨਾਲ ਕੀਤਾ ਜਾਏ ਤੇ ਫਾਇਦਾ ਹੈ? ਇੱਕ ਤੇ ਤਰੀਕਾ ਹੋ ਗਿਆ ਕਿ ਦੁੱਧ ਆਪੀ ਜਾ ਕੇ ਸੇਲ ਕਰਨਾ ਚਾਹੀਦਾ ਹੈ। ਹਾਂਜੀ। ਹੋਰ ਕਿਹੜਾ ਤਰੀਕਾ ਹੋਣਾ ਚਾਹੀਦਾ ਕਿ ਫਾਇਦਾ ਹੋਵੇ? ਹੋਰ ਤਰੀਕਾ ਇਹ ਕਿ ਡੰਗਰਾਂ ਨੂੰ ਵੰਡਾ ਛੰਡਾ ਸਹੀ ਤਰੀਕੇ ਨਾਲ ਪਾਇਆ ਜਾਏ, ਉਹ ਪੱਠੇ ਛੱਟੇ ਜਿਹੜੇ ਨਾ ਸਹੀ ਤਰੀਕੇ ਨਾਲ ਪਾਏ ਜਾਣ ਔਰ ਉਹਨਾਂ ਦੀ ਦੇਖਭਾਲ ਚੰਗੀ ਤਰ੍ਹਾਂ ਕੀਤੀ ਹੋਏ ਔਰ ਸਫਾਈ 'ਚ ਉਹਨਾਂ ਰੱਖਿਆ ਹੋਏ ਤੇ ਇਹਨਾਂ ਵਿੱਚ ਫਾਇਦਾ ਹੈ। ਇਹ ਨਹੀਂ ਕਿ ਲੈ ਕੇ ਤੇ ਧੁੱਪੇ ਬੰਨ ਚੜੋ, ਛਾਵੇਂ ਨਾ ਕਰੋ, ਇੰਜ ਕਰ ਦਿਓ, ਇੰਜ ਪੱਠੇ ਪੁੱਠੇ ਨਾ ਪਾਓ। ਜਿੱਥੇ ਹੀ ਤਰੀਕੇ ਨਾਲ ਇਹਨਾਂ ਨੂੰ ਸਾਂਭਿਆ ਜਾਏ ਤਾਂ ਘਾਟਾ ਨਹੀਂ ਪਾਉਂਦੇ ਆ ਜਾਨਵਰ। ਤੁਸੀਂ ਦੱਸਿਆ ਵੰਡਾ ਤਰੀਕੇ ਨਾਲ ਪਾਇਆ ਜਾਏ। ਵੰਡੇ ਦੇ ਤਰੀਕੇ ਤੋਂ ਕੀ ਮੁਰਾਦ ਹੈ ਕਿ ਕਿੰਨਾ ਕੁ ਵੰਡਾ ਪਾਉਣਾ ਚਾਹੀਦਾ ਹੈ ਇਸ ਮੌਸਮ 'ਚ? ਕਿੰਨਾ ਕੁ ਵੰਡਾ ਪਾਉਣਾ ਚਾਹੀਦਾ ਗਰਮੀਆਂ 'ਚ, ਸਰਦੀਆਂ 'ਚ ਕਿੰਨਾ ਔਰ ਕਿਹੜਾ ਪਾਉਣਾ ਚਾਹੀਦਾ? ਇੰਨਾ ਗਰਮੀ ਇਸ ਮੌਸਮ ਦੇ ਵਿੱਚ ਜਿਹੜਾ ਚੇਤਰ ਪੱਗਾਂ ਨੇ ਸਟਾਲੇ ਦੇ ਮੌਸਮ ਦੇ ਵਿੱਚ ਇਹਦੇ ਵਿੱਚ ਤਕਰੀਬਨ ਇੱਕ ਟਾਈਮ ਦਾ ਮਹੀਨ ਨੂੰ ਜਿਹੜਾ ਨਾ 1.5 ਕਿਲੋ ਵੰਡਾ ਚਾਹੀਦਾ। ਕਿਹੜਾ? ਇਹ ਵੜੇਵੇਂ ਦੀ ਖਾਲ, ਕਣਕ ਜਿਹੜਾ ਅਸੀਂ ਪਾਉਂਦੇ ਹਾਂ ਪਏ, ਅੱਛਾ, ਔਰ ਕੋੜੀ ਖਾਲ ਤੇ ਰੋਟੀਆਂ, 3 ਚੀਜ਼ਾਂ ਮਿਕਸ ਕਰਕੇ ਚਾਰੇ ਹੀ ਪਾਈ ਦੀ। ਠੀਕ ਹੈ। ਅੱਜ ਕੱਲ 1.5 ਕਿਲੋ ਚਾਹੀਦਾ ਸਟਾਲੇ ਦੇ। ਗਰਮੀਆਂ ਦੇ ਵਿੱਚ 2.5-3 ਕਿਲੋ ਵੀ ਹੋਏ ਤੇ ਫਿਰ ਵੀ ਥੋੜਾ ਤੂੜੀ ਤੇ। ਇੱਕ ਟਾਈਮ ਦਾ ਜਾਂ 2 ਟਾਈਮਾਂ ਦਾ? 2 ਟਾਈਮਾਂ ਦਾ। ਯਾਨੀ 2.5-3 ਕਿਲੋ ਹੋਏ ਤੇ ਥੋੜਾ ਹੈ। ਹਾਂਜੀ। ਤੇ ਪੂਰਾ ਕਿੰਨਾ ਹੁੰਦਾ ਹੈ? ਪੂਰਾ 4 ਕਿਲੋ ਨਹੀਂ ਨੂੰ ਪਾਣਾ ਚਾਹੀਦਾ। ਜਿਹੜੀ 12-13 ਸਿਰ ਦੁੱਧ ਦਿੰਦੀ ਹੈ ਜਾਂ ਕੋਈ 7-8 ਕਿਲੋ ਜਿਹਦੀ ਐਵਰੇਜ ਜਿਹੜੀ ਹੈ 8 ਕਿਲੋ ਦੇ ਅੱਗੇ ਪਿੱਛੇ 10 ਕਿਲੋ 8 ਕਿਲੋ ਉਹਨੂੰ 4 ਕਿਲੋ ਪਾਣਾ ਚਾਹੀਦਾ। 4 ਕਿਲੋ ਪਾਣਾ ਚਾਹੀਦਾ। ਤੇ ਸਰਦੀਆਂ ਵਿੱਚ ਜ਼ਿਆਦਾ ਪਾਣਾ ਚਾਹੀਦਾ ਜਦੋਂ ਮੌਸਮ ਦੇ ਹਿਸਾਬ ਨਾਲ। ਜਿਹੜਾ ਸਰਦੀਆਂ 'ਚ ਜ਼ਿਆਦਾ ਤੋਂ ਜ਼ਿਆਦਾ ਫੀ ਜਾਨਵਰ 12 ਕਿਲੋ ਦੁੱਧ ਦੇਣ ਵਾਲੇ ਨੂੰ ਕਿੰਨਾ ਕੁ ਵੰਡਾ ਚਾਹੀਦਾ? 12 ਕਿਲੋ ਦੁੱਧ ਦੇਣ ਵਾਲੇ ਨੂੰ 2 ਟਾਈਮਾਂ ਦਾ 5 ਕਿਲੋ ਵੰਡਾ ਚਾਹੀਦਾ। ਸਰਦੀ ਦੇ ਵਿੱਚ 1 ਕਿਲੋ ਦਾ ਫਰਕ ਪੈਂਦਾ ਹੈ। ਹਾਂਜੀ 1 ਕਿਲੋ। ਅੱਛਾ ਸਰ, ਇੱਥੇ ਤੁਸੀਂ ਦੱਸਿਆ ਕਿ ਵੜੇਵਿਆਂ ਦੀ ਖਾਲ, ਕੋੜੀ ਖਾਲ, ਰੋਟੀਆਂ, ਦਲੀਆ ਤੁਸੀਂ ਰਲਾ ਕੇ ਪਾ ਰਹੇ ਹੋ ਤੇ ਕੁਝ ਲੋਕ ਵੜੇਵੇਂ ਪਾਉਂਦੇ ਨੇ
ਹਾਲੀ। ਹਾਂਜੀ। ਵੜੇਵੇਂ ਪਾਣ ਦਾ ਕੀ ਫਾਇਦਾ ਹੈ ਔਰ ਵੜੇਵੇਂ ਪਾਣ ਦਾ ਕੀ ਨੁਕਸਾਨ ਹੈ? ਵੜੇਵੇਂ ਦੇ ਨਾਲ ਇਹ ਵੇ ਕਿ ਡੰਗਰ ਜਿਹੜਾ ਨਾ ਗਰਮ ਹੋ ਜਾਂਦਾ ਹੈ ਔਰ ਅੱਗੋਂ ਜਿਹੜਾ ਨਾ ਉਹ ਸੂਣ ਵਾਲਾ ਨਹੀਂ ਹੁੰਦਾ ਹੈ, ਫਰਾਲ ਹੋ ਜਾਂਦਾ ਹੈ, ਗਰਮ ਹੁੰਦਾ ਹੈ, ਹੀਟ ਸਿਸਟਮ ਮੁਤਾਸਰ ਹੋ ਜਾਂਦਾ। ਹਾਂਜੀ, ਹੀਟ ਜ਼ਿਆਦਾ ਹੋ ਜਾਂਦੀ, ਫਿਰ ਉਹਦੇ ਨਾਲ ਦੁੱਧ ਵੜੇਵਿਆਂ ਨਾਲ ਸੰਘਣਾ ਹੁੰਦਾ ਹੈ ਔਰ ਦੋਧੀਆਂ ਨੂੰ ਫਾਇਦਾ ਹੁੰਦਾ ਹੈ, ਲੇਕਿਨ ਜਾਨਵਰਾਂ ਵਾਸਤੇ ਉਹ ਨੁਕਸਾਨ ਦਿੰਦਾ ਹੈ ਸਾਡੇ ਡੰਗਰਾਂ ਨੂੰ। ਅੱਜ ਕੱਲ ਫਾਰਮ ਓਨਰ ਵਾਸਤੇ ਉਹ ਨੁਕਸਾਨ ਦੇਵੇ, ਜਦਕਿ ਦੁੱਧ ਨੂੰ ਉਹਦਾ ਫਾਇਦਾ ਹੈ, ਦੁੱਧ ਸੰਘਣਾ ਹੋ ਜਾਂਦਾ ਔਰ ਖੋਇਆ ਜ਼ਿਆਦਾ ਨਿਕਲਦਾ। ਤੇ ਉਹਦੇ ਬਾਰੇ ਅਗਰ ਵੜੇਵਿਆਂ ਦੀ ਖਲ ਯੂਜ਼ ਕਰੀਏ ਤੇ ਉਹ ਕਿਸ ਤਰ੍ਹਾਂ ਜਸਟੀਫਾਈ ਹੁੰਦੀ? ਉਹ ਬਿਲਕੁਲ ਠੀਕ ਹੈ। ਉਹ ਵੀ ਜਿਹੜੀਆਂ ਨਾ ਦੁੱਧ ਦੇ ਬਾਰੇ ਵਿੱਚ ਦੁੱਧ ਸੰਘਣਾ ਹੁੰਦਾ ਹੈ ਔਰ ਅੱਛਾ ਹੁੰਦਾ ਹੈ ਉਸ ਦੇ ਬਾਰੇ। ਠੀਕ ਹੈ, ਯਾਨੀ ਕਿ ਫਿਰ ਉਹ ਜਿਹੜੀ ਵੜੇਵਿਆਂ ਦੀ ਖਾਲੇ ਉਹ ਬਿਹਤਰ ਹੈ। ਹਾਂਜੀ, ਬਿਹਤਰ ਹੈ। ਤੇ ਮਾਸ਼ਾਅੱਲਾ ਇਸ ਟਾਈਮ ਤੁਹਾਡੇ ਕੋਲ ਕਿੰਨੇ ਜਾਨਵਰ ਨੇ ਤੇ ਕਿਹੜੀ ਨਸਲ ਦੇ ਨੇ? ਸਾਡੇ ਕੋਲ ਚੀਚਾ ਵਤਨ ਬੂਰਾ ਵਿਹਾੜੀ ਦੇ ਨੇ ਤੇ ਜੇਲਮ ਦੇ ਨੇ। ਇਹ ਤਕਰੀਬਨ ਸਾਡੇ ਕੋਲੋਂ 45 ਮੱਝਾਂ ਨੇ ਜੀ, ਇੱਕ ਗਾਂ ਹੈ, ਕੋਈ 30 ਬੱਚੇ ਨੇ, ਛੋਟੇ ਬੱਚੇ। ਯਾਨੀ ਤੁਸੀਂ 3 ਨਸਲ ਦੇ ਜਾਨਵਰ ਰੱਖੇ ਨੇ, ਚੀਚਾ ਵਤਨੀ, ਬੁਰਾ ਵਿਹਾੜੀ ਤੇ ਜੇਲਮ। ਇਹ ਜਿਹੜੀਆਂ 3 ਨਸਲਾਂ ਨੇ, ਇਹਨਾਂ ਦੀ ਕੀ ਖਾਸ ਵਜ੍ਹਾ ਕਿ ਤੁਸੀਂ ਇਹ ਵਾਲੀ ਨਸਲ ਦੇ ਜਾਨਵਰ ਰੱਖਦੇ ਹੋ? ਇਹ ਔਰ ਚੀਚਾ ਵਤਨ ਦੇ ਜਿਹੜੇ ਜਾਨਵਰ ਨੇ ਨਾ, ਇਹ ਸਾਰੀਆਂ ਨਸਲਾਂ ਨਾਲ ਵੱਧ ਨੇ, ਜੇਲਮ ਨਾਲੋਂ ਹੀ ਵੱਧ ਨੇ। ਅੱਛਾ। ਇਹ ਹੋਰ ਨੇ ਜਿਹੜੇ ਆ ਸਿਆਲਕੋਟ ਨਾਲ ਹੀ ਵੱਧ ਹੈ, ਉਹ ਡੰਗਰ ਜਿਹੜਾ ਨਾ ਦੁੱਧ ਜ਼ਿਆਦਾ ਦਿੰਦਾ ਹੈ। ਅੱਛਾ। ਇਸ ਵਜ੍ਹਾ ਤੋਂ ਔਰ ਖਰੀਦੀ ਬਹੁਤ ਹੀ ਦਿਨ ਜਾਂਦੇ। ਤੁਹਾਡੀ ਮੱਝ ਜਿਹੜੀ ਇਹ ਹਾਈਐਸਟ ਦੁੱਧ ਦਿੰਦੀ ਹੈ, ਕਿੰਨਾ ਦਿੰਦੀ ਹੈ? ਤਕਰੀਬਨ ਵੱਧ ਸਭ ਤੋਂ ਚੰਗੀ ਤੁਹਾਡੀ ਵੱਧ ਤੋਂ ਵੱਧ ਜਿਹੜੀ ਹੈ ਨਾ ਮੱਝ ਇਹਨਾਂ ਦਿਨਾਂ ਦੇ ਵਿੱਚ 15-16 ਕਿਲੋ ਦੁੱਧ ਦਿੰਦੀ ਹੈ, ਜਿਹੜੀ ਬੜੀ ਫਨਕਾਰ ਵੀ ਨਹੀਂ ਹੈ। ਇਹ ਤੇ ਪੀਕ ਦੇ ਦਿਨ ਇਹਨਾਂ ਦੁੱਧ ਦੇ ਇਹਨਾਂ ਦਿਨਾਂ ਜਿਹੜੇ ਡੰਗਰ ਦੇ ਦੁੱਧ ਦੇਣਾ ਉਹ ਮੈਕਸਿਮਮ ਹੀ ਹੋਣਾ। ਹਾਂਜੀ, ਤੁਸੀਂ ਕਹਿ ਰਹੇ ਹੋ ਕਿ ਜਿਹੜੀ ਫਨਕਾਰ ਮੱਝ ਉਹ 16 ਕਿਲੋ ਤੱਕ ਜਾਂਦੀ ਹੈ। 16 ਕਿਲੋ ਤੱਕ ਜੇ ਦੁੱਧ ਮਿਣਿਆ ਜਾਏ। ਅੱਛਾ। ਔਰ ਕਹਿਣ ਨੂੰ ਤੇ ਅਸੀਂ ਕਹਿ ਵੀ ਛੱਡਨੇ ਆ 20-22 ਕਿਲੋ ਵੀ ਦੇ ਛੱਡ ਦਿਓ, 23 ਕਿਲੋ ਵੀ ਦੇ ਛੱਡ ਦਿਓ। ਝਿੱਗ ਦੇ ਨਾਲ ਜਿਹੜਾ ਨਾ ਝਿੱਗ ਚੜੀ ਹੁੰਦੀ ਹੈ, ਉਹ 20-22 ਕਿਲੋ ਵੀ ਹੋ ਜਾਂਦਾ, ਜਿਹੜੀ ਬੜੀ ਫਨਕਾਰ ਮੱਝ ਹੈ ਉਹਦਾ। ਤੇ ਉਂਝ ਦੁੱਧ ਜਿਹੜਾ ਦੋਵਾਂ ਟਾਈਮਾਂ ਦਾ 14-15 ਕਿਲੋ ਹੁੰਦਾ। ਤੇ ਜਿਹੜੀ ਔਸਤ ਮੱਝ ਹੈ ਉਹ ਅੱਜ ਕੱਲ ਕੀ ਦੁੱਧ ਦੇ ਰਹੀ ਹੈ? ਇਹ ਤੇ ਚੰਗੀ ਹੋ ਗਈ ਨਾ 15-16 ਕਿਲੋ ਵਾਲੀ ਫਨਕਾਰ, ਔਸਤ ਕਿੰਨਾ ਦੇ ਰਹੀ ਹੈ? ਹਾਂਜੀ, ਇੱਕ ਸਾਡੇ ਕੋਲ ਮੱਝ ਉਹ ਬੱਜੀ ਇੱਧਰ, ਉਹ ਪੂਰਾ 20 ਕਿਲੋ ਦੁੱਧ ਦਿੰਦੀ ਹੈ, 20 ਤੋਂ 23 ਹੋਏਦਾ ਅੱਜ ਕੱਲ ਆਣ ਕੇ ਉਹਦਾ ਜਿਹੜਾ ਨਾ ਇੱਕ ਮੱਝ ਐਸੀ ਜਿਹਦਾ 20 ਕਿਲੋ ਦੁੱਤੇ ਹੁੰਦਾ ਹੈ। ਇਹ 20 ਕਿਲੋ ਇਹ ਤਾਂ ਹੋਈ ਨਾ ਚੀਦਾ। ਹਾਂਜੀ। ਤੇ ਜਿਹੜੀਆਂ ਆਮ ਨੇ, ਆਮ ਰੂਟੀਨ ਦੇ ਨਾਲ ਵੀ ਇਹਨਾਂ ਦਿਨਾਂ ਦੇ ਵਿੱਚ 10 ਕਿਲੋ ਦੁੱਧ ਜਿਹੜਾ ਨਾ ਪਈਆਂ ਕਰਦੀਆਂ। 10 ਕਿਲੋ? ਹਾਂਜੀ। ਠੀਕ ਹੈ। ਜੇ ਸਹੀ ਉਹਨਾਂ ਦੀ ਦੇਖਭਾਲ ਹੋਏ, ਜੇ ਪੱਠੇ ਛੱਟੇ ਖਵਾ ਲਿਆ ਹੋਣ ਤੇ ਫਿਰ ਤਰੀਕੇ ਦੇ ਨਾਲ। ਮੱਝ ਅੱਜ ਕੱਲ ਖਰਚਾ ਕੀ ਕਰਾਂਦੀ? ਅੱਜ ਕੱਲ ਖਰਚਾ ਘੱਟ ਹੁੰਦਾ, ਜੇਕਰ ਸਟਾਲਾ ਹੋਏ ਨਾ ਤਕਰੀਬਨ 300 ਦਾ ਖਾ ਲੈਂਦੀ ਹੈ, ਅੱਧੋ ਅੱਧ ਜਿਹੜਾ ਨਾ ਇਹਨਾਂ ਦਿਨਾਂ ਦੇ ਵਿੱਚ ਦੇ ਛੱਡਦੀ ਹੈ। ਨਹੀਂ, ਮਸਲਨ ਕੋਈ 600 ਦਾ ਦੁੱਧ ਦਿੰਦੀ ਹੈ ਨਾ, ਤੇ 300 ਖਾ ਲੈਂਦੀ ਆ। ਤੇ ਜਿਹੜੀ ਮੱਝ 10 ਕਿਲੋ ਦੁੱਧ ਦੇ ਰਹੀ ਹੈ ਉਹਨੇ ਤੇ 1000 ਕਮਾਣਾ ਨਾ। ਹਾਂਜੀ, ਉਹ 1000 ਤੇ ਉਹ ਵੀ 300 ਹੀ ਖਰਚਾ ਕਰਾਂਦੀ? ਨਹੀਂ, ਉਹਦਾ ਵੀ ਉਨਾ ਹੀ ਅੱਜ ਕੱਲ ਖਰਚਾ ਵੰਡਾ ਉਨਾ ਹੀ ਪੱਟੇ, ਯਾਨੀ ਉਹ 700 ਬਚਾ ਜਾਂਦੀ। ਯਾਨੀ ਇਹ ਉਹ ਦਿਨ ਨੇ ਜਦੋਂ ਮੱਝ ਹਾਫ ਤੋਂ ਕ੍ਰਾਸ ਕਰ ਜਾਂਦੀ। ਹਾਂਜੀ। ਤੂੰ ਕਿਹੜੇ ਦਿਨ ਹੁੰਦੇ ਨੇ ਜਦੋਂ ਮੱਝ ਹਾਫ ਤੇ ਹੁੰਦੀ ਹੈ ਔਰ ਕਿਹੜੇ ਦਿਨ ਹੁੰਦੇ ਜਦੋਂ ਮੱਝ ਹਾਫ ਤੋਂ ਥੱਲੇ ਜਾਂਦੀ? ਇਹ ਇਹਨਾਂ ਦਿਨਾਂ ਦੇ ਵਿੱਚ ਉਹ ਹਾਰਡ ਜੇਠ ਦੇ ਵਿੱਚ ਗਰਮੀ ਫੁੱਲ ਹੋਏ ਤੇ ਉਦੋਂ ਜਿਹੜਾ ਨਾ ਹਾਫ ਹੋ ਜਾਂਦੀ ਹੈ। ਠੀਕ ਹੈ। ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਨਾ ਆਣ ਕੇ ਜਿਹੜੀਆਂ ਹਾਫ ਵੀ ਹੋਣ ਉਹ ਵੀ ਫੁੱਲ ਹੋ ਜਾਂਦੀਆਂ ਨੇ। ਕੀ ਬਾਤ, ਜ਼ਬਰਦਸਤ। ਅੱਛਾ, ਤੁਸੀਂ ਭਾਈ ਕਿਹਾ ਕਿ ਜਿਹੜੀ ਚੀਚਾ ਵਤਨ ਦੀ ਮੈਮ ਹੈ ਉਹ ਸਭ ਤੋਂ ਅੱਛੀ ਹੈ। ਹਾਂਜੀ। ਉਹਦੇ ਵਿੱਚ ਕੀ ਖੂਬੀ ਤੁਸੀਂ ਵੇਖੀ ਹੈ? ਉਹਦੀ ਕੋਈ ਪਹਿਚਾਨ, ਉਹਦੀ ਕੋਈ ਖੂਬੀ ਦੱਸੋ। ਉਹਦੀ ਪਛਾਣ ਹੈ, ਉਹਦੀ ਧੌਣ ਪਤਲੀ ਹੋਏ ਦੀ, ਉਹਦੇ ਸਿੰਗ ਛੋਟੇ ਕੁੰਡੇ ਹੋਣ ਦੇ, ਪੂਛਲ ਪਤਲੀ ਹੋਏ ਦੀ, ਔਰ ਉਹ ਖੂਬਸੂਰਤ ਜ਼ਿਆਦਾ ਹੋਏ ਦੀ। ਉਹਦੀ ਧੌਣ ਲੰਬੀ ਔਰ ਬਹੁਤ ਅੱਛੀ, ਔਰ ਥਣ ਚੌੜੇ ਹੋਣ ਦੇ, ਵਾਨਾ ਚੌੜਾ ਹੋਏ ਦਾ, ਥਣ ਦੂਰ ਹੁੰਦੇ, ਮੁੱਠੀ ਥਣ ਸੋਹਣੇ ਹੁੰਦੇ। ਤੇ ਕਿੰਨੇ ਕੁ ਦੀਆਂ ਮੈਂ ਮਿਲ ਜਾਂਦੀ ਹੈ? ਤਕਰੀਬਨ ਮੈਂ ਜਿਹੜੀ ਇਸ ਟਾਈਮ ਇਸ ਮੌਸਮ 'ਚ ਔਰ ਇਹਨਾਂ ਦਿਨਾਂ ਦੇ ਵਿੱਚ ਮੱਝ ਜਿਹੜੀ ਅੱਛੀ ਤੋਂ ਅੱਛੀ ਹੈ 3 ਲੱਖ ਦੇ ਕਰੀਬ ਜਿਹੜੀ ਹੈ ਨਾ, 3 ਦੀ 280 3 ਦੇ ਕਰੀਬ ਅੱਗੇ ਪਿੱਛੇ ਮਿਲਦੀ ਹੈ ਇਹ ਵਾਲੇ ਮੌਸਮ 'ਚ। ਹਾਂਜੀ, ਇਹ ਮੌਸਮ। ਅਗਰ ਮੱਝਾਂ ਖਰੀਦਣੀਆਂ ਨੇ ਤੇ ਮੌਸਮ ਦਾ ਵੀ ਕੋਈ ਅਮਲ ਦਾ ਹੱਲ ਹੁੰਦਾ ਹੈ ਕਿ ਯਾਨੀ ਇਹ ਵਾਲੇ ਮੌਸਮ 'ਚ ਲਵੋ ਤੇ ਸਸਤੀ ਮਿਲੇਗੀ, ਇਹ ਵਾਲੇ ਮੌਸਮ 'ਚ ਲਵੋ ਤੇ ਮਹਿੰਗੀ ਮਿਲੇਗੀ? ਹਾਂਜੀ। ਕਿਹੜੇ ਮੌਸਮ 'ਚ ਮੈਂ ਜਿਹੜਾ ਸਸਤੀ ਮਿਲਦੀ ਹੈ? ਸੌਣ ਭਾਦਰੋਂ ਦੇ ਵਿੱਚ।
ਸੌਣ ਭਾਦਰੋਂ ਤੇ ਜਦੋਂ ਲਾਬਾਂ ਲਾਈਆਂ ਜਾਂਦੀਆਂ ਨੇ ਮੌਸਮ ਜਿਹੜਾ ਨਾ ਉਹਨਾਂ ਦਿਨਾਂ 'ਚ ਸਸਤੀ ਮੱਝ ਹੋਏਦੀ ਤਕਰੀਬਨ ਜਿਹੜੀ 20 ਤੋਂ 25,000 ਰੁਪਇਆ ਸਸਤੀ ਹੁੰਦੀ ਹੈ। ਉਹਦਾ ਉਹ ਵਜ੍ਹਾ ਕੀ ਹੁੰਦੀ, ਕਿਉਂ ਸਸਤੀ ਹੁੰਦੀ? ਉਸ ਟਾਈਮ ਹਰ ਮੱਝ ਦਾ ਸੁਭਾਅ ਹੁੰਦਾ ਹੈ। ਉਹਨਾਂ ਦਿਨਾਂ 'ਚ ਮੱਝਾਂ ਸੂਈਆਂ ਹੁੰਦੀਆਂ ਜ਼ਿਆਦਾ। ਅੱਛਾ। ਤੇ ਇਹ ਹੁਣ ਜਿਹੜਾ ਨਾ ਕਮ ਕੋਈ ਮੱਝ ਜਿਹੜੀ ਹੈ ਨਾ ਸੂਈ। ਤੇ ਵੈਸੇ ਕਿਹੜੇ ਮੌਸਮ 'ਚ ਖਰੀਦਣਾ ਫਾਇਦੇਮੰਦ ਰਹਿੰਦਾ ਹੈ? ਔਰ ਮੱਝਾਂ ਜਿਹੜੀਆਂ ਨੇ ਦੁੱਧੀਆਂ ਵਾਸਤੇ, ਜਿਨ੍ਹਾਂ ਨੇ ਦੁੱਧ ਦੇਣਾ ਇਹਨਾਂ ਦਿਨਾਂ 'ਚ ਫਾਇਦਾ ਹੈ। ਤੇ ਜਿਨ੍ਹਾਂ ਨੇ ਰੱਖਣੀਆਂ ਹੋਣ ਜਾਂ 1-2 ਜਾਂ ਉਹਨਾਂ ਨੂੰ ਤੇ ਉਹਨਾਂ ਸੌਣ ਭਾਦਰੋਂ 'ਚ ਫਾਇਦਾ ਹੈ। ਉਹਨਾਂ ਨੂੰ ਸੌਣ ਭਾਦਰੋਂ ਫਾਇਦਾ। ਹਾਂਜੀ। ਤੇ ਜਿਹੜੇ ਬੰਦਿਆਂ ਨੇ ਦੁੱਧ ਵੇਚਣਾ ਉਹ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਫਾਇਦਾ। ਤੁਹਾਡੇ ਜਾਨਵਰਾਂ ਨੂੰ ਕਦੀ ਕੋਈ ਮਸਾਲੇ ਵੀ ਪੇਸ਼ ਆਉਂਦੇ ਨੇ? ਨਹੀਂ, ਅਸੀਂ ਅੱਲਾ ਦਾ ਸ਼ੁਕਰ ਹੈ ਅਲਹਮਦੁਲਿਲਾ ਸਾਨੂੰ ਕਿੰਨਾ ਚਿਰ ਹੋ ਗਿਆ। ਉਂਝ ਕਦੀ ਕੋਈ ਡੰਗਰ ਨੂੰ ਵਾਧਾ ਘਾਟਾ ਹੋ ਜਾਂਦਾ ਹੈ, ਬਹਾਰ ਇਹ ਉਹ ਬਲੱਡ ਘਟ ਗਿਆ, ਇਹ ਉਹ 1-2 ਡੰਗਰ ਨੂੰ ਘਾਟਾ ਵਾਧਾ ਹੋ ਜਾਂਦਾ। ਔਰ ਇਹਨਾਂ ਦੀ ਅੱਛੀ ਤਰ੍ਹਾਂ ਸਫਾਈ ਕੀਤੀ ਜਾਏ ਔਰ ਸਾਫ ਸੁਥਰੇ ਪੱਠੇ ਪਾਏ ਜਾਣ ਤੇ ਅੱਲਾ ਦੇ ਫਜ਼ਲੋ ਕਰਮ ਨਾਲ ਕੁਝ ਵੀ ਨਹੀਂ ਹੁੰਦਾ। ਤੇ ਜਦੋਂ ਕਿਤੇ ਹੋ ਜਾਂਦਾ ਤਾਂ ਉਦੋਂ ਕੀ ਕਰਦੇ ਹੋ? ਉਸ ਟਾਈਮ ਫਿਰ ਅਸੀਂ ਦਸਤੀ ਕੋਲ ਟੀਕੇ ਰੱਖੇ ਨੇ, ਆਪਣੀ ਕੋਸ਼ਿਸ਼ ਕਰੀ ਦੀ ਔਰ ਮਸਾਲੇ ਮਸੂਲੇ ਦੇਣੇ ਨੇ, ਅਦਰਕ, ਗੰਡੇ, ਮਰਚਾਂ, ਗੁੜ, ਪਾਊਡਰ ਸ਼ੋਡਰ ਦੇਈਦਾ ਜਿਹੜਾ ਡਾਕਟਰਾਂ ਕੋਲ ਲਿਆਂਦਾ ਹੈ। ਜੇ ਨਾ ਅਗਰ ਠੀਕ ਹੋਏ ਫਿਰ ਡਾਕਟਰ ਨੂੰ ਬੁਲਾ ਲਈਦਾ, ਜਿਹੜਾ ਕਰੀਬ ਡਾਕਟਰ ਹੋਏ ਆਉਂਦਾ ਜਾਂਦਾ ਰਹਿੰਦਾ, ਉਹ ਚੈੱਕ ਕਰਦੇ ਨੇ। ਤੇ ਸਾਡੇ ਕੋਲ ਡਾਕਟਰ ਤਕਰੀਬਨ ਦੂਸਰੇ ਦਿਨ ਜਿਹੜਾ ਨਾ ਆਉਂਦਾ ਜਾਂਦਾ ਰਹਿੰਦਾ। ਜਿਹੜੀ ਤੁਹਾਡੀ ਮੱਝ 20 ਕਿਲੋ ਦੁੱਧ ਦੇ ਰਹੀ ਹੈ ਇਸ ਵੇਲੇ, ਉਹ ਵਹਾਓ ਹਾਂ ਜ਼ਰਾ। ਇਹ ਬੂਰੀ ਨਹੀਂ ਹੈ, ਇੱਕ ਬੂਰੀ ਤੇ ਇੱਕ ਵੱਡੀ ਤੋਂ ਲਈਆਂ ਇਹ ਵਾਲੀ। ਅੱਛਾ, ਇਹ ਮੱਝ 20 ਕਿਲੋ ਦੇ ਰਹੀ ਤੁਹਾਡੀ? ਹਾਂਜੀ। ਇੱਕ ਉਹ ਝੋਟੀ ਹੈ। ਤੇ ਕਿੰਨੇ ਸੂਏ ਆ ਮੱਝ? ਇਹ ਦੂਸਰੇ ਸੂਏ, ਉਹ ਵੀ ਦੂਸਰੇ ਸੂਏ। ਉਹ ਜਿਹੜੀ ਸਾਹਮਣੇ ਉੱਠਦੀ ਪਿੰਗੜਾਈ ਲੈ ਕੇ ਇਹ ਵੀ ਤੁਹਾਡੀ 20 ਕਿਲੋ ਦਿੰਦੀ? ਹਾਂਜੀ। 20 ਕਿਲੋ ਪੂਰਾ ਦਿੰਦੀ ਜਾਂ ਘੱਟ? ਨਹੀਂ, ਇਹ ਕਦੀ ਸਿਰ ਵੱਧ ਗਿਆ ਕਦੀ ਸਿਰ ਘਟ ਗਿਆ, ਯਾਨੀ 20 ਦੀ ਰੇਂਜ ਤੇ। 20 ਦੀ ਰੇਂਜ। ਇਹ ਕਿੱਥੋਂ ਆਈਆਂ ਹਨ ਦੋਵੇਂ ਮੱਝਾਂ? ਇਹ ਚੀਚਾਵਤੋਂ ਆਈਆਂ ਦੋਵੇਂ। ਇਹ ਦੋਵੇਂ ਚੀਚਾਵਤੋਂ ਆਈਆਂ? ਕਿੰਨੇ ਦੀਆਂ ਲਿਆਉਂਦੀਆਂ ਹਜੇ? ਇਹ ਦੋਵੇਂ ਮੱਝਾਂ ਆਈਆਂ ਹਜੇ, ਉਹ 2.5 ਦੀ ਆਈ ਤੇ ਇਹ 3 ਲੱਖ ਦੀ ਆਈ। ਤੇ ਮਤਲਬ ਕਿ ਉਹ ਕਿੰਨੇ ਸੂਏ? ਉਹ ਵੀ ਦੂਸਰੇ ਤੇ ਇਹ ਵੀ ਦੂਸਰੇ ਆ। ਕੋਈ ਬੰਦਾ ਖਰੀਦਣ ਦਾ ਖਾਹਿਸ਼ਮੰਦ ਹੋਏ ਤੇ ਵੇਚਦੇ ਵੀ ਹੋ? ਨਹੀਂ, ਹਾਲੀ ਨਹੀਂ, ਸਾਡਾ ਦਿਲ ਹੀ ਨਹੀਂ ਕਰਦਾ ਹੈ। ਜਿਹੜਾ ਕੋਈ ਅੱਛਾ ਜਾਨਵਰ ਹੋਏ, ਕੋਈ ਵੀ ਡੇਰੇਦਾਰ ਹੈ, ਉਹਦਾ ਦਿਲ ਨਹੀਂ ਕਰਦਾ ਦੇ ਉਹ ਦਵੇ। ਠੀਕ ਹੈ। ਤੇ ਵੈਸੇ ਕੋਈ ਬੰਦਾ ਤੁਹਾਡੇ ਨਾਲ ਰਾਬਤਾ ਕਰਨ ਵਾਸਤੇ ਕੋਈ ਨੰਬਰ ਚਾਹੀਦਾ ਹੋਏ ਤੇ ਮਿਲ ਸਕਦਾ ਹੈ? ਹਾਂਜੀ, ਮਿਲ ਸਕਦਾ। ਬੋਲਿਆ ਜੀ। 0300 ਜੀ ਪੂਰਾ 396 10 299। ਠੀਕ ਹੈ, ਜ਼ਬਰਦਸਤ। ਇੱਕ ਚੀਜ਼ ਨਹੀਂ ਸਮਝ ਆਈ ਕਿ ਜਾਨਵਰ 20 ਕਿਲੋ ਦੁੱਧ ਦੇ ਰਹੇ ਨੇ ਲੇਕਿਨ ਇਹ ਮਾੜੇ ਕਿਉਂ ਨੇ ਐਡੇ? ਮਾੜੇ ਇਹਨਾਂ ਦਿਨਾਂ ਦੇ ਵਿੱਚ ਹਰਾ ਨੀਰਾ ਪੈਂਦਾ ਨਾ, ਤੇ ਇਹਨਾਂ ਦਿਨਾਂ 'ਚ ਡੰਗਰ ਜਿਹੜਾ ਨਾ ਦੁੱਧ ਦੇਣ ਵਾਲਾ ਮਾੜਾ ਹੋ ਜਾਂਦਾ ਹੈ। ਔਰ ਜਦੋਂ ਹਾੜ ਜੇਠ ਹੁੰਦਾ ਹੈ, ਮੌਸਮ ਦੂਸਰਾ ਹੁੰਦਾ ਹੈ, ਉਦੋਂ ਪੱਠਾ ਹੁੰਦਾ ਹੈ, ਹਾਰਟ ਸਖਤ ਹੁੰਦਾ, ਤੂੜੀ ਪੈਂਦੀ ਹੈ ਔਰ ਵੰਡਾ ਪੈਂਦਾ ਜ਼ਿਆਦਾ। ਉਸ ਟਾਈਮ ਡੰਗਰ ਜਿਹੜਾ ਨਾ ਫਿੱਟ ਜਾਂਦਾ ਹੈ। ਇਹਨਾਂ ਦਿਨਾਂ ਦੇ ਵਿੱਚ ਆਣ ਕੇ ਧੱਕੇ ਨਾਲ ਜਿਹੜਾ ਜਾਨਵਰ ਇਹਨਾਂ ਮਾੜਾ ਹੋ ਜਾਂਦਾ ਹੈ ਕਿ ਸਟਾਲਾ ਜਿਹੜਾ ਨਾ ਉਹ ਪੈਂਦਾ ਹੈ, ਉਹਦੇ ਨਾਲ ਡੰਗਰ ਖਿੱਚ ਕਰਦਾ। ਬਹੁਤ ਸ਼ੁਕਰੀਆ ਸਰ, ਬੜਾ ਮਜ਼ਾ ਆਇਆ ਤੁਹਾਡੇ ਨਾਲ ਗੁਫ਼ਤਗੂ ਕਰਕੇ। ਅਸਲਾਮ ਵਾਲੇਕੁਮ।